ਸੇਵੀਐ, ਐਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੇ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜਾਈਐ, ਸ਼ਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜਾ ਸੋਏ ਨਾ ਕੋਏ। ਭੈ ਵਿੱਚ ਖੁੰਭ ਚੜਾਈਐ, ਸ਼ਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜਾ ਸੋਏ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮੁਕੱਦਸ ਸਰਜ਼ਮੀਨ ਦੇ ਉੱਤੇ ਸਿੱਖ ਪੰਥ ਦੇ ਸਿਰਮੌਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੋਰ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਆਈਆਂ ਗੁਰਸਿੱਖ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਚਰਨ ਪਰਸ ਰਹੀਆਂ ਨੇ। ਸਤਿਗੁਰੂ ਸਾਹਿਬ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਮੂਹਰੇ ਅਰਦਾਸਾਂ ਬੇਨਤੀਆਂ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਸੀਨ ਪਰਿਕਰਮਾ ਦੇ ਨਾਲ ਸੁਭਾਏਮਾਨ ਇਹ ਇਤਿਹਾਸਕ ਪੰਥ ਦਾ ਮਹਾਨ ਅਸਥਾਨ
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜਿੱਥੇ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ 12ਵਾਂ ਦੀ ਬਾਣੀ ਉਚਾਰਨ ਕੀਤੀ। ਸੱਚੇ ਪਾਤਸ਼ਾਹ ਜੀ ਨੇ ਇਸ ਅਸਥਾਨ ਤੋਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਦੋਂ ਪਹਿਲਾ ਪ੍ਰਕਾਸ਼ ਹੋਇਆ, ਤਾਂ ਜੋ ਮੁੱਖ ਵਾਕ ਹੁਕਮਨਾਮੇ ਦੀ ਮਰਿਆਦਾ ਚੱਲੀ, ਜੋ ਸਦੀਆਂ ਤੋਂ ਅੱਜ ਤੀਕ ਚੱਲਦੀ ਆ ਰਹੀ ਹੈ, ਉਸ ਦੀ ਵਿਚਾਰ ਕਰਨ ਵਾਸਤੇ, ਬਾਣੀ ਦੀ ਸਿੱਖੀ ਦੀ ਗੱਲ ਕਰਨ ਵਾਸਤੇ ਇਸ ਅਸਥਾਨ ਨੂੰ ਜੱਗ ਦੇ ਵਿੱਚ ਪ੍ਰਕਾਸ਼ਮਾਨ ਕੀਤਾ। ਅੱਜ ਵੀ ਗੁਰਸਿੱਖ ਸੰਗਤਾਂ ਭਾਵੇਂ ਉਹ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਮੌਜੂਦ ਹੋਣ, ਭਾਵੇਂ ਮੀਡੀਆ ਰਾਹੀਂ ਅਸੀਂ ਬਾਹਰਲੇ ਮੁਲਕਾਂ ਪ੍ਰਦੇਸਾਂ ਵਿੱਚ ਬੈਠੇ ਦਰਸ਼ਨ ਕਰਦੇ ਹਾਂ ਤੇ ਪਾਵਨ ਹੁਕਮਨਾਮਾ ਸਾਹਿਬ ਜੋ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਉਂਦਾ ਹੈ ਉਸ ਦੀ ਵਿਚਾਰ ਕਰਦੇ ਹਾਂ। ਸੰਗਤ ਜੀ, ਜਿਸ ਅਸਥਾਨ ਤੇ ਅਸੀਂ ਬੈਠੇ ਹਾਂ ਨਾ, ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ, ਇਹ ਅਕਾਲ ਪੁਰਖ ਵਾਹਿਗੁਰੂ ਦਾ ਆਪ ਪੈਦਾ ਆਪ ਪ੍ਰਕਾਸ਼ ਕੀਤਾ ਹੋਇਆ ਮਹਾਨ ਪਵਿੱਤਰ ਅਸਥਾਨ ਹੈ। ਮਤਾ ਕੋਈ ਜਾਣੇ ਇਹ ਕੋਈ ਦੁਨੀਆ ਦੇ ਵਿੱਚ ਬਾਕੀ ਅਸਥਾਨਾਂ ਵਾਂਗੂ ਆਮ ਅਸਥਾਨ ਹੈ। ਇਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਪ੍ਰਕਾਸ਼ਮਾਨ ਕੀਤਾ। ਅਸੀਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਡਿੱਠੇ ਸਭੇ ਤਾਵ ਨਹੀਂ ਤੁਧ ਜੇਹਿਆ, ਬਦ ਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਤੈਨੂੰ ਉਸ ਪੁਰਖ ਵਿਧਾਤੇ, ਉਸ ਰੱਬ ਨੇ ਇਸ ਜਗਤ ਦੇ ਵਿੱਚ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ, ਕਲਯੁਗੀ ਜੀਵਾਂ ਨੂੰ ਤਾਰਨ ਦੇ ਵਾਸਤੇ ਇਸ ਮਾਤ ਲੋਕ ਦੇ ਵਿੱਚ ਪ੍ਰਕਾਸ਼ਮਾਨ ਕੀਤਾ। ਇਸ ਕਰਕੇ ਇੱਥੋਂ ਦੇ ਅਸੀਂ ਅਰਦਾਸ ਵਿੱਚ ਬਚਨ ਪੜ੍ਹਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਉਸੇ ਤਰ੍ਹਾਂ ਜੋ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਝੰਡੇ ਬੁੰਗੇ, ਅੰਦਰ ਕੀਰਤਨ ਦੀਆਂ ਚੌਂਕੀਆਂ ਲੱਗਦੀਆਂ, ਉਹ ਸਦਾ ਲਈ ਅਟਲ ਨੇ। ਕੋਈ ਇਸ ਅਸਥਾਨ ਦੇ ਬਾਬਤ ਨਿੰਦਿਆ ਕਰੀ ਜਾਵੇ, ਕੋਈ ਸਰੋਵਰ ਤੇ ਤਰਕਾਂ ਕਰੀ ਜਾਵੇ, ਕੋਈ ਹਰਿਮੰਦਰ ਸਾਹਿਬ ਤੇ ਤਰਕਾਂ ਕਰੀ ਜਾਵੇ, ਇਸ ਨਾਲ ਸਿੱਖ ਪੰਥ ਨੂੰ ਕੋਈ ਫਰਕ ਨਹੀਂ ਪੈਂਦਾ। ਸਿੱਖਾਂ ਨੂੰ, ਗੁਰੂ ਦੇ ਪਿਆਰ ਵਾਲਿਆਂ ਨੂੰ ਇਸ ਨਾਲ ਫਰਕ ਨਹੀਂ ਪੈਂਦਾ। ਇੱਥੇ ਕਈ ਇਸ ਨੂੰ ਢਾਉਣ ਦੇ ਵਾਸਤੇ, ਖਤਮ ਕਰਨ ਵਾਸਤੇ ਆਏ ਤੇ ਕਈ ਚਲੇ ਗਏ। ਜਿਹੜੇ ਖਤਮ ਕਰਨ ਆਏ ਉਹ ਆਪਦਾ ਮੂਲ ਗਵਾ ਬੈਠੇ, ਉਹ ਆਪ ਹੀ ਇੱਥੋਂ ਖਤਮ ਹੋ ਕੇ ਚਲੇ ਗਏ। ਸਭਾ ਭਾਵੇਂ ਅਬਦਾਲੀ ਦਾ ਸੀ, ਭਾਵੇਂ ਮੱਸੇ ਰੰਗੜ ਦਾ ਸੀ ਤੇ ਭਾਵੇਂ ਮੌਜੂਦਾ ਹੁਕਮਰਾਨਾਂ ਦਾ ਸੀ। ਸਿੱਖਾਂ ਨੇ ਇਸ ਅਸਥਾਨ ਦੀ ਅਜ਼ਮਤ ਦੇ ਵਾਸਤੇ ਆਪਣੇ ਸਿਰ ਲਾਏ ਨੇ। ਅਸੀਂ ਪਰਿਕਰਮਾ ਵਿੱਚ ਜਾਈਏ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਬੁੰਗਾ ਆਉਂਦਾ, ਅਕਾਲ ਤਖਤ ਸਾਹਿਬ ਵਾਲੇ ਪਾਸੇ ਜਾਈਏ ਤਾਂ ਸ਼ਹੀਦ ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬੁੰਗਾ ਸਥਾਨ ਆਉਂਦਾ, ਜਿੱਥੇ ਆਪ ਜੀ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਇਸ ਕਰਕੇ ਸਿੱਖਾਂ ਦਾ ਹਰਿਮੰਦਰ ਸਾਹਿਬ ਦਿਲ ਹੈ, ਸਿੱਖਾਂ ਦੀ ਜਿੰਦ ਜਾਨ ਹੈ। ਤੇ ਹਰਿਮੰਦਰ ਸਾਹਿਬ ਦੇ ਬਾਬਤ ਕਿਸੇ ਵੀ ਤਰ੍ਹਾਂ ਦੇ ਮੂੰਹ ਚੋਂ ਨਿੰਦਿਆ ਕਰਨ ਵਾਲੇ ਜਾਂ ਇੱਥੇ ਆ ਕੇ ਇਸ ਨੂੰ ਖਤਮ ਕਰਨ ਵਾਲਿਆਂ ਨੂੰ ਕਦੇ ਸਿੱਖ ਪੰਥ ਨੇ ਬਖਸ਼ਿਆ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਪਾਪੀਆਂ ਨੂੰ ਆਪ ਸਜ਼ਾ ਦਿੰਦੇ ਨੇ। ਸੋ ਸੰਗਤ ਜੀ, ਅਸੀਂ ਇਹਨਾਂ ਪਾਵਨ ਅਸਥਾਨਾਂ ਨਾਲ ਜੁੜੇ ਰਹੀਏ। ਸੋ ਰਹੋ ਵਿਚਾਰ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ੀ, ਸਾਰੀ ਲੁਕਾਈ ਨੂੰ ਇਸ ਹੁਕਮਨਾਮਾ ਸਾਹਿਬ ਉੱਤੇ ਚੱਲਣ ਦਾ ਹੁਕਮ ਬਖਸ਼ਿਆ। ਆਓ ਉਸ ਸੱਚੇ ਪਾਤਸ਼ਾਹ ਜੀ ਦੇ ਮੁੱਖ ਵਾਕ ਦੀ ਵਿਚਾਰ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਇਹ ਪਾਵਨ ਪਵਿੱਤਰ ਬਾਣੀ ਜੋ ਅਸੀਂ ਅੰਮ੍ਰਿਤ ਵੇਲੇ ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਸਰਵਣ ਕਰਦੇ ਹਾਂ, ਆਸਾ ਦੀ ਵਾਰ ਦੀ 11ਵੀਂ ਜੋ ਪੌੜੀ ਹੈ,
ਉਸ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਹੁਕਮ ਬਖਸ਼ਿਆ ਹੈ। ਇਹ ਜੋ ਪਾਵਨ ਪਵਿੱਤਰ ਆਸਾ ਕੀ ਵਾਰ ਦੀ ਬਾਣੀ ਆ ਨਾ, ਇਸ ਦਾ ਜੋ ਮਹਾਨ ਰੁਤਬਾ ਸਿੱਖੀ ਦੇ ਵਿੱਚ ਉਹ ਦੱਸਿਆ ਨਹੀਂ ਜਾ ਸਕਦਾ। ਕਿਉਂਕਿ ਜਦੋਂ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਨਾ, ਤਾਂ ਕਿਲਾ ਛੱਡ ਕੇ ਜਦੋਂ ਸਰਸਾ ਨਦੀ ਨੂੰ ਪਾਰ ਹੋਣਾ ਸੀ, ਅੰਮ੍ਰਿਤ ਵੇਲਾ ਹੋਇਆ, ਮਗਰ ਦੁਸ਼ਮਣਾਂ ਦੀਆਂ ਫੌਜਾਂ ਲੱਗੀਆਂ ਹੋਈਆਂ। ਪਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਜੱਥੇ ਨੂੰ ਕਿਹਾ ਕਿ ਜਿਹੜੀ ਫੌਜ ਚੜ੍ਹ ਕੇ ਆ ਰਹੀ ਆ ਉਸ ਦਾ ਮੁਕਾਬਲਾ ਕਰੋ। ਸੰਗਤ ਜੀ, ਆਸਾ ਦੀ ਵਾਰ ਦਾ ਵੇਲਾ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ। ਜਿੰਨਾ ਚਿਰ ਸੰਪੂਰਨ ਆਸਾ ਦੀ ਵਾਰ ਅਸੀਂ ਪੂਰੀ ਨਹੀਂ ਕਰ ਲੈਂਦੇ, ਉਹਨਾਂ ਚਿਰ ਅਸੀਂ ਗਾਂਹ ਚਾਲੇ ਨਹੀਂ ਮਾਰਨੇ। ਸੋ ਇਸ ਆਸਾ ਦੀ ਵਾਰ ਦੀ ਬਾਣੀ ਨੂੰ ਪੜ੍ਹਨ ਵਾਸਤੇ, ਗਾਇਨ ਕਰਨ ਵਾਸਤੇ, ਇਸ ਮਰਿਆਦਾ ਨੂੰ ਨਿਭਾਉਣ ਦੇ ਵਾਸਤੇ ਬੇਅੰਤ ਸਿੰਘਾਂ ਨੇ ਸ਼ਹਾਦਤਾਂ ਵੀ ਪਾਈਆਂ। ਸੋ ਜੋ 11ਵੀਂ ਪੌੜੀ ਸ਼ਲੋਕ ਮਹੱਲਾ ਪਹਿਲਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਸਾਨੂੰ ਉਪਦੇਸ਼ ਕਰਦੇ ਨੇ। ਸ਼ਲੋਕ ਦੇ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਕਾਲ ਕੂੜ ਵਰਤਿਆ। ਜੋ ਅੱਜ ਦਾ ਸਮਾਂ ਚੱਲ ਰਿਹਾ ਨਾ, ਇਹਦੇ ਵਿੱਚ ਸੱਚ ਮਾਨੋ ਖਤਮ ਹੋ ਗਿਆ। ਲੋਕਾਂ ਦੇ ਦਿਲਾਂ ਦੇ ਵਿੱਚੋਂ, ਪ੍ਰਾਣੀਆਂ ਦੇ ਹਿਰਦਿਆਂ ਦੇ ਵਿੱਚੋਂ ਜਿਹੜਾ ਸੱਚ ਆ ਉਹ ਖਤਮ ਹੋ ਗਿਆ, ਤੇ ਝੂਠ ਨੇ ਆ ਕੇ ਸਾਡੇ ਅੰਦਰ ਵਸੇਬਾ ਕਰ ਲਿਆ। ਝੂਠ ਬੋਲ ਬੋਲ ਕੇ ਦੁਨੀਆ ਪੈਸਾ ਇਕੱਠਾ ਕਰਦੀ, ਦੁਨੀਆ ਅਨੇਕਾਂ ਤਰ੍ਹਾਂ ਦੇ ਰਸ ਭੋਗ ਕਰਦੀ। ਸੋ ਸੱਚ ਕਾਲ, ਸੱਚ ਨੂੰ ਇੱਥੇ ਕਾਲ ਪੈ ਗਿਆ। ਕੂੜ ਜਿਹੜਾ ਵਰਤ ਰਿਹਾ ਚਾਰੇ ਪਾਸੇ, ਕਲ ਕਾਲਖ ਬੇਤਾਲ, ਜਿਹੜਾ ਇਹ ਕਲਯੁਗ ਦਾ ਸਮਾਂ ਵਾ ਨਾ, ਇਹਦੀ ਜਿਹੜੀ ਪਾਪਾਂ ਰੂਪੀ ਕਾਲਖ ਆ, ਇਸ ਨੇ ਬੰਦਿਆਂ ਨੂੰ ਨਾ ਬੇਤਾਲੇ ਬਣਾ ਦਿੱਤਾ, ਬਦਸੂਰਤ ਕਰ ਦਿੱਤਾ। ਇਹ ਜਿਹੜੀ ਪਾਪਾਂ ਰੂਪੀ ਕਲਯੁਗ ਦਾ ਪ੍ਰਭਾਵ ਆ ਨਾ, ਹਰ ਕੋਈ ਇੱਥੇ ਪਾਪ ਕਰਨਾ ਚਾਹੁੰਦਾ, ਪਾਪ ਕਰਨ ਦਾ ਮੌਕਾ ਮਿਲੇ ਬੰਦਾ ਪਾਪ ਕਰਦਾ। ਇਸ ਕਰਕੇ ਦੁਨੀਆ ਦੇ ਵਿੱਚੋਂ ਪਾਪ ਕਰਨ ਦੀ ਜਿਹੜੀ ਸੰਗ ਸ਼ਰਮ ਆ, ਰੱਬੀ ਡਰ ਆ, ਉਹ ਦੂਰ ਹੋ ਗਿਆ ਹੈ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਬਿਓ ਬੀਜ, ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਰੂਪੀ ਬੀਜ ਬੀਜਿਆ ਨਾ, ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਰੂਪੀ ਬੀਜ ਬੀਜ ਕੇ ਆਪਦੇ ਮਨ ਨੂੰ ਸਾਧ ਲਿਆ, ਉਸ ਦੇ ਨਾਲ ਜੋੜ ਲਿਆ, ਉਹ ਪੱਤ ਲੈ ਗਏ। ਉਹ ਜਾਣ ਲੱਗੇ ਇੱਥੋਂ ਆਪਣੀ ਇੱਜ਼ਤ ਲੈ ਗਏ, ਉਹ ਇੱਜ਼ਤ ਨਾਲ ਚਲੇ ਗਏ, ਤੇ ਰੱਬ ਦੇ ਦਰ ਦੇ ਉੱਤੇ ਜਾ ਕੇ ਵੀ ਉਹਨਾਂ ਨੂੰ ਇੱਜ਼ਤ ਮਿਲੀ। ਤੇ ਜਿਨ੍ਹਾਂ ਨੇ ਝੂਠ ਦੇ ਵਿੱਚ ਫਸ ਕੇ ਮਾੜੇ ਮਾੜੇ ਕੰਮ ਕੀਤੇ, ਝੂਠ ਬੋਲਿਆ, ਨਿਰਾ ਪੈਸੇ ਦਾ ਹੀ ਪਿਆਰ, ਮਾਇਆ ਦਾ ਹੀ ਪਿਆਰ, ਨਿਰਾ ਪਰਿਵਾਰਾਂ ਦੇ ਵਿੱਚ ਹੀ ਉਲਝੇ ਰਹੇ, ਜਿਨ੍ਹਾਂ ਨੇ ਦੁਨੀਆ ਦੇ ਉੱਤੇ ਆ ਕੇ ਜੋ ਅਸੀਂ ਇਸ ਜੱਗ ਚੋਂ ਖੱਟਣ ਆਏ ਆ, ਉਹ ਖੱਟਿਆ ਨਹੀਂ, ਨਾਮ ਦਾ ਬੀਜ ਬੀਜਿਆ ਨਹੀਂ, ਉਹ ਇੱਥੋਂ ਨਿਕੰਮੇ ਹੋ ਕੇ, ਇੱਥੋਂ ਸ਼ਰਮਿੰਦਾ ਹੋ ਕੇ ਚਲੇ ਗਏ। ਪਰ ਜਿਨ੍ਹਾਂ ਨੇ ਬੀਜ ਬੀਜਿਆ, ਉਹ ਆਪਦੀ ਪੱਤ ਨੂੰ, ਆਪਦੀ ਇੱਜ਼ਤ ਨੂੰ ਨਾਲ ਲੈ ਗਏ। ਅਬ ਕਿਉਂ ਉਗਵੈ ਦਾਲ, ਜਿਵੇਂ ਇੱਕ ਦਾਲ ਦਾ ਜੋ ਬੀਜ ਹੁੰਦਾ ਨਾ, ਜੇ ਉਹ ਦੋ ਫਾੜ ਹੋਇਆ ਹੋਵੇ, ਤੇ ਦੋ ਫਾੜ ਦੋ ਹਿੱਸਿਆਂ ਵਿੱਚ ਹੋਏ ਹੋਏ ਬੀਜ ਨੂੰ ਅਸੀਂ ਧਰਤੀ ਦੇ ਵਿੱਚ ਬੀਜੀਏ, ਉਸ ਤੋਂ ਇਹ ਆਸ ਰੱਖੀਏ ਕਿ ਇਹ ਉੱਗ ਜੂਗਾ, ਉਹ ਬੀਜ ਕਦੇ ਉੱਗ ਨਹੀਂ ਸਕਦਾ। ਜਿਹੜਾ ਬੀਜ ਆ, ਉਹਨੂੰ ਉੱਗਣ ਦੇ ਵਾਸਤੇ ਉਸ ਦਾ ਸਾਬਤ ਹੋਣਾ ਜ਼ਰੂਰੀ ਆ। ਇਸ ਕਰਕੇ ਇਸ ਜਗਤ ਦੇ ਵਿੱਚ ਕੂੜ ਹੋਣ ਦੇ ਕਰਕੇ ਮਨੁੱਖਾਂ ਦੇ ਮਨਾਂ ਰੂਪੀ ਬੀਜ ਟੁੱਟੇ ਹੋਏ ਨੇ, ਉੱਗ ਨਹੀਂ ਸਕਦੇ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂਰਤ ਹੋਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜੇ ਬੀਜ ਪੂਰਾ ਇੱਕ ਹੋਵੇ ਨਾ, ਜਾਣੀ ਦੋ ਹਿੱਸੇ ਨਾ ਹੋਏ ਹੋਣ, ਪੂਰਾ ਸਾਬਤ ਹੋਵੇ, ਤੇ ਨਾਲ ਦੀ ਨਾਲ ਬੀਜ ਦੀ ਰੁੱਤ ਵੀ ਹੋਵੇ। ਜਿਵੇਂ ਵੱਖੋ ਵੱਖਰੀਆਂ ਫਸਲਾਂ ਦੇ ਬੀਜਾਂ ਦੀ ਰੁੱਤ ਹੁੰਦੀ,
ਵੱਖੋ ਵੱਖਰੇ ਜੋ ਰੁੱਖ ਹੁੰਦੇ ਆ ਉਹ ਅਲੱਗ-ਅਲੱਗ ਰੁੱਤਾਂ ਦੇ ਵਿੱਚ ਬੀਜੇ ਜਾਂਦੇ ਨੇ। ਜੇ ਬੀਜ ਵੀ ਸਾਬਤ ਹੋਵੇ, ਤੰਦਰੁਸਤ ਹੋਵੇ ਤੇ ਨਾਲ ਰੁੱਤ ਵੀ ਭਲੀ ਹੋਵੇ ਤਾਂ ਉਹ ਜਿਹੜਾ ਬੀਜ ਆ ਨਾ ਉਹ ਫੁੱਟ ਪੈਂਦਾ ਤੇ ਉਹ ਰੁੱਖ ਦਾ, ਫਸਲ ਦਾ ਰੂਪ ਧਾਰਨ ਕਰ ਲੈਂਦਾ। ਉਸੇ ਤਰ੍ਹਾਂ ਹੀ ਮਨੁੱਖ ਦਾ ਮਨ ਆ, ਜੇ ਮਨੁੱਖ ਦੇ ਮਨ ਦੇ ਵਿੱਚ ਕਪਟ, ਝੂਠ, ਫਰੇਬ ਨਾ ਹੋਵੇ, ਜੇ ਮਨ ਸਾਬਤ ਹੋਵੇ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਹੋਵੇ, ਰੱਬੀ ਡਰ ਵਿੱਚ ਵਿੰਨਿਆ ਹੋਇਆ ਹੋਵੇ ਤਾਂ ਇਹ ਜਿਹੜਾ ਨਾਮ ਰੂਪੀ ਬੀਜ ਆ ਉਹ ਫੁੱਟ ਪੈਂਦਾ। ਪਰ ਜਿਨ੍ਹਾਂ ਨੇ ਪਾਪ ਵਿੱਚ ਜ਼ਿੰਦਗੀ ਲੰਘਾਈ ਉਹਨਾਂ ਦਾ ਨਾਮ ਰੂਪੀ ਬੀਜ ਨਹੀਂ ਫੁੱਟਦਾ। ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ। ਪੁਰਾਤਨ ਸਮਿਆਂ ਦੇ ਵਿੱਚ ਵੀ ਜਦੋਂ ਕਿਸੇ ਕੋਰੇ ਕੱਪੜੇ ਨੂੰ ਰੰਗ ਕੀਤਾ ਜਾਂਦਾ ਸੀ ਨਾ ਤਾਂ ਉਹਨੂੰ ਪਾ ਦਿੱਤਾ ਜਾਂਦਾ ਸੀ। ਪਾ ਕਿਵੇਂ ਦਿੰਦੇ ਸੀ? ਕੋਈ ਫਟਕੜੀ ਦਾ ਪਾ ਦਿੰਦਾ ਸੀ ਤੇ ਕੋਈ ਜਿਹੜੇ ਅਨਾਰ ਦੇ ਛਿੱਲੜ ਹੁੰਦੇ ਆ ਉਹਨਾਂ ਦਾ ਪਾ ਦੇ ਦਿੰਦੇ ਸੀ ਕੱਪੜੇ ਨੂੰ, ਫੇਰ ਉਸ ਨੂੰ ਰੰਗਦੇ ਸੀ। ਜੇ ਕੱਪੜੇ ਨੂੰ ਪਾ ਨਹੀਂ ਸੀ ਨਾ ਦਿੰਦੇ, ਜਿਹੜੇ ਉਹ ਜੇ ਕੋਰਾ ਹੀ ਕੱਪੜਾ ਅਸੀਂ ਰੰਗ ਵਿੱਚ ਡਬੋਤਾ ਉਹਨੂੰ ਰੰਗ ਸਹੀ ਤਰ੍ਹਾਂ ਚੜ੍ਹਦਾ ਨਹੀਂ ਸੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਭੈ ਵਿੱਚ ਖੁੰਭ ਚੜਾਈਐ ਸ਼ਰਮ ਪਾਹੋ ਤਨ ਹੋਏ। ਜਿਸ ਤਰ੍ਹਾਂ ਪਾ ਦਿੱਤੇ ਬਿਨਾ ਕੱਪੜੇ ਨੂੰ ਰੰਗ ਨਹੀਂ ਚੜ ਸਕਦਾ, ਉਵੇਂ ਹੀ ਸਾਡਾ ਜੋ ਮਨ ਹੈ ਉਸ ਨੂੰ ਰੱਬ ਦਾ ਡਰ ਰੂਪੀ ਪਾ ਦਿੱਤੇ ਬਿਨਾ ਇਸ ਨੂੰ ਰੱਬੀ ਰੰਗ ਨਹੀਂ ਚੜਦਾ। ਡਰ ਰੂਪੀ ਖੰਭ ਜਿਹੜਾ ਵਾ ਸਾਡੇ ਮਨ ਦੇ ਉੱਤੇ ਹੋਣਾ ਚਾਹੀਦਾ। ਚੜਾਈ ਹੈ ਸ਼ਰਮ ਪਾਹੋ ਤਨ ਹੋਏ, ਜਿਹੜਾ ਸ਼ਰਮ ਰੂਪੀ ਪਾ ਵਾ ਉਹ ਸਾਨੂੰ ਲੱਗਿਆ ਹੋਣਾ ਚਾਹੀਦਾ। ਪੁਰਾਤਨ ਸਮਿਆਂ ਦੇ ਵਿੱਚ ਅਸੀਂ ਦੇਖੀਏ ਨਾ ਤਾਂ ਜਿਹੜੇ ਮਨੁੱਖ ਹੁੰਦੇ ਸੀ ਉਹ ਰੱਬ ਤੋਂ ਬੜਾ ਡਰ ਡਰ ਕੇ ਰਹਿੰਦੇ ਸੀ। ਉਹ ਬੜਾ ਝਿਜਕਦੇ ਸੀ ਕਿ ਸਾਤੋਂ ਕੋਈ ਗਲਤੀ ਨਾ ਹੋ ਜਾਵੇ। ਗੁਰੂ ਘਰ ਆਏ ਆ, ਉਹਨਾਂ ਨੇ ਬੋਚ ਕੇ ਕਦਮ ਰੱਖਣੇ ਕਿ ਸਾਤੋਂ ਕਿਸੇ ਤਰ੍ਹਾਂ ਦੀ ਬੇਅਦਬੀ ਨਾ ਹੋ ਜਾਵੇ। ਉਹਨਾਂ ਨੂੰ ਸ਼ਰਮ ਦਾ ਜਿਹੜਾ ਪਾ ਲੱਗਿਆ ਹੋਇਆ ਸੀ, ਰੱਬੀ ਡਰ ਦਾ ਪਾ ਲੱਗਿਆ ਹੋਇਆ ਸੀ। ਉਹ ਡਰ ਕੇ ਆਪਣਾ ਜੀਵਨ ਬਤੀਤ ਕਰਦੇ ਸੀ। ਇਸ ਕਰਕੇ ਜਿਹੜਾ ਰੱਬ ਦਾ ਨਾਮ ਸੀ ਨਾ ਉਹ ਸਹਿਜੇ ਹੀ ਉਹਨਾਂ ਦੇ ਮਨ ਦੇ ਵਿੱਚ ਫੁੱਟ ਪੈਂਦਾ ਸੀ। ਪਰ ਅੱਜ ਕੱਲ੍ਹ ਦਾ ਜੋ ਸਮਾਂ ਆ ਨਾ, ਇਸ ਦੇ ਵਿੱਚ ਜਿਹੜਾ ਰੱਬ ਦਾ ਡਰ ਆ ਉਹ ਖੰਭ ਲਾ ਕੇ ਉੱਡ ਗਿਆ ਤੇ ਰੱਬ ਦਾ ਪਾ, ਰੱਬ ਦਾ ਪਿਆਰ ਤਾਂ ਇਹਨੂੰ ਲੱਗਣਾ ਹੀ ਕੀ ਹੈ। ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ। ਸਤਿਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਹੇ ਨਾਨਕ, ਜਿਹੜੇ ਭਗਤੀ ਦੇ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦਾ ਜ਼ਿੰਦਗੀ ਦੇ ਉੱਤੇ ਆਉਣ ਦਾ ਮਕਸਦ ਰੱਬ ਦਾ ਮਿਲਾਪ ਆ, ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਨਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਹੈਬਰ ਬ੍ਰਿਖ ਹੋਇਓ, ਕਈ ਜਨਮ ਪੰਖੀ, ਕਈ ਜਨਮ ਹੈਬਰ ਬ੍ਰਿਖ ਹੋਇਓ। ਸੋ ਮਾਫ ਕਰਨਾ, ਪੰਗਤੀ ਵਿਸਰ ਗਈ। ਕਈ ਜਨਮਾਂ ਦੇ ਅਸੀਂ ਭਟਕਦੇ ਹੋਏ ਇਸ ਮਨੁੱਖਾ ਜਨਮ ਦੇ ਵਿੱਚ ਪਹੁੰਚੇ ਹਾਂ। ਇਸ ਕਰਕੇ ਜਿਹੜੇ ਮਨੁੱਖਾ ਜਨਮ ਦੇ ਵਿੱਚ ਜਿਹੜੇ ਭਗਤੀ ਵਿੱਚ ਰੰਗੇ ਜਾਂਦੇ ਨੇ ਉਹਨਾਂ ਨੂੰ ਕੂੜੈ ਸੋਏ ਨਾ ਕੋਏ। ਉਹਨਾਂ ਨੂੰ ਕੂੜ ਰੂਪੀ ਜਿਹੜੀ ਮਾਇਆ ਵਾ ਉਹ ਆਪਦੇ ਵਿੱਚ ਬੰਨ ਨਹੀਂ ਸਕਦੀ। ਮਹੱਲਾ ਪਹਿਲਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ, ਲੱਭ ਪਾਪ, ਜਿਹੜਾ ਲੋਭ ਆ ਨਾ, ਮੋਹ ਰਾਜਾ ਬਣਿਆ ਹੋਇਆ। ਲੋਭ ਤੇ ਜਿਹੜਾ ਪਾਪ ਆ, ਦੋਏ ਰਾਜਾ ਮਹਿਤਾ, ਇਹ ਇੱਕ ਰਾਜਾ ਤੇ ਇੱਕ ਉਹਦਾ ਵਜ਼ੀਰ ਬਣਿਆ ਹੋਇਆ। ਜਿਹੜਾ ਸਾਡਾ ਮੋਹ ਆ, ਮੋਹ ਦੇ ਦੋ ਵਜ਼ੀਰ ਲੱਭ ਤੇ ਪਾਪ। ਅਸੀਂ ਆਪਣੇ ਮਨਾਂ ਦੇ ਅੰਦਰ ਇਹਨਾਂ ਨੂੰ ਰਾਜਾ ਤੇ ਵਜ਼ੀਰ ਬਣਾਇਆ ਹੋਇਆ। ਕੂੜ ਹੋਆ ਸਿਕਦਾਰ, ਜਿਹੜਾ ਕੂੜ ਆ, ਝੂਠ ਆ, ਉਹਨੂੰ ਅਸੀਂ ਆਪਦਾ ਸਰਦਾਰ ਬਣਾਇਆ ਹੋਇਆ। ਸਰਦਾਰ ਕਿਵੇਂ ਬਣਾਇਆ ਹੋਇਆ? ਜੇ ਮਾਇਆ ਦੇ ਵਾਸਤੇ ਝੂਠ ਬੋਲ ਕੇ ਗੱਲ ਬਣਦੀ ਹੋਵੇ, ਜੇ ਝੂਠ ਬੋਲ ਕੇ ਪੈਸਾ ਇਕੱਠਾ ਹੁੰਦਾ ਹੋਵੇ, ਕੋਈ ਗੱਲ ਨਹੀਂ, ਝੂਠ ਬੋਲ ਲੈਂਦੇ ਆ।
ਜੇ ਝੂਠ ਬੋਲ ਕੇ ਫਰੇਬ ਕਰਕੇ ਕੋਈ ਪਦਾਰਥ ਮਿਲਦਾ ਹੋਵੇ, ਕੋਈ ਨਹੀਂ, ਫਰੇਬ ਕਰਨ 'ਚ ਕੀ ਹਰਜ, ਝੂਠ ਬੋਲੋ ਤੇ ਪਦਾਰਥ ਪਾ ਲਓ। ਇਸ ਕਰਕੇ ਜਿਹੜੇ ਮਨ ਦੇ ਵਿੱਚ ਚੌਧਰੀ ਬਣਾਏ ਹੋਏ ਨੇ, ਆਪਾਂ ਲੋਭ ਹੋਇਆ, ਪਾਪ ਹੋਏ ਤੇ ਕੂੜ ਜਾਣੀ ਕਿ ਝੂਠ ਹੋਇਆ। ਕਾਮ ਨੇ ਬਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਕਾਮ ਨੂੰ ਅਸੀਂ ਇੱਥੇ ਨੈਬ ਜਾਣੀ ਕਿ ਚੋਬਦਾਰ ਬਣਾਇਆ ਹੋਇਆ। ਨੈਬ ਚੋਬਦਾਰ ਨੂੰ ਵੀ ਕਹਿ ਦਿੰਦੇ ਨੇ। ਜਿਹੜਾ ਕਾਮ ਦਾ ਵਿਕਾਰ ਆ ਨਾ, ਉਹਨੂੰ ਅਸੀਂ ਚੋਬਦਾਰ ਬਣਾਇਆ ਹੋਇਆ। ਚੋਬਦਾਰ ਕਿਵੇਂ ਬਣਾਇਆ ਹੋਇਆ? ਸੰਗਤ ਜੀ, ਜਦੋਂ ਮਨੁੱਖ ਦੇ ਅੰਦਰੋਂ ਸੰਗ ਸ਼ਰਮ ਨਿਕਲ ਜਾਵੇ ਨਾ, ਤੇ ਉਹਦੇ ਮਨ ਵਿੱਚ ਕਾਮ ਹੀ ਚੱਲੀ ਜਾਵੇ, ਵਿਕਾਰ ਹੀ ਚੱਲੀ ਜਾਣ, ਤਾਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਉਹ ਉਹੋ ਜਿਹੇ ਕਰਮ ਕਰਦਾ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਮਤਿ ਦੇ ਵਿੱਚ ਚੰਗਾ ਪਹਿਰਾਵਾ ਪਾਉਣ ਦੀ ਹਦਾਇਤ ਦਿੱਤੀ। ਸਤਿਗੁਰੂ ਸਾਹਿਬ ਜੀ ਦੇ ਜਦੋਂ ਅਸੀਂ ਦਰਬਾਰ ਦੇ ਵਿੱਚ ਆਉਂਦੇ ਹਾਂ ਤਾਂ ਆਪਾਂ ਆਪਣਾ ਜਿਹੜਾ ਸਿਰ ਆ ਨਾ, ਉਹ ਢੱਕ ਕੇ ਆਉਂਦੇ ਹਾਂ। ਇਹ ਸਿਰ ਢੱਕਣਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਕੱਲਾ ਗੁਰਦੁਆਰੇ ਵਾਸਤੇ ਹੀ ਇਹ ਉਪਦੇਸ਼ ਨਹੀਂ ਦਿੱਤਾ, ਸਦਾ ਦੇ ਵਾਸਤੇ ਆਪਦੇ ਕੇਸਾਂ ਨੂੰ ਕੱਜ ਕੇ ਰੱਖਣਾ, ਇਹਨਾਂ ਨੂੰ ਢੱਕ ਕੇ ਰੱਖਣਾ, ਇਹ ਗੁਰਮਰਿਆਦਾ ਵਾ। ਇਹ ਸਿੱਖ ਸਿੱਖੜੀ ਦੋਨਾਂ ਦੇ ਉੱਤੇ ਲਾਗੂ ਹੁੰਦੀ ਆ। ਜਿਹੜੇ ਸਿੱਖ ਨੇ ਉਹ ਦਸਤਾਰ ਬੰਨ੍ਹਦੇ ਨੇ, ਬੀਬੀਆਂ ਵੀ ਦਸਤਾਰਾਂ ਕੇਸਕੀਆਂ ਸਜਾਉਂਦੀਆਂ ਤੇ ਕਈ ਦੁਪੱਟੇ ਦੇ ਨਾਲ ਆਪਦਾ ਸਿਰ ਢੱਕਦੀਆਂ। ਇਹ ਮਰਿਆਦਾ ਸੱਚੇ ਪਾਤਸ਼ਾਹ ਜੀ ਨੇ ਧੁਰ ਦਰਗਾਹ ਤੋਂ ਲੈ ਕੇ ਆਂਦੀ ਆ ਕਿ ਮਨੁੱਖ ਦਾ ਜਿਹੜਾ ਕਾਮ ਰੂਪੀ ਵਿਸ਼ੇ ਵਿਕਾਰਾਂ ਵੱਲ ਧਿਆਨ ਨਾ ਜਾਵੇ। ਜਿਹੜਾ ਮਨੁੱਖ ਆ ਉਹ ਚੰਗੇ ਖੁੱਲੇ ਪਹਿਰਾਵੇ ਗੁਰਮਤਿ ਵਾਲੇ ਵਿੱਚ ਰਵੇ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਗੁਰਮੁਖੀ ਆਪਦੇ ਵਿਰਾਸਤੀ ਪਹਿਰਾਵਿਆਂ ਦੇ ਨਾਲ ਜੁੜੀਏ। ਅਸੀਂ ਗੁਰਮਤਿ ਦੇ ਅਨੁਸਾਰੀ ਹੋ ਕੇ ਗੁਰਦੁਆਰਾ ਸਾਹਿਬ ਆਇਆ ਕਰੀਏ। ਕੋਈ ਭੜਕੀਲੇ ਤੇ ਭੀੜੇ ਕੱਪੜੇ ਪਾ ਕੇ ਨਾ ਆਇਆ ਕਰੀਏ। ਇਸੇ ਕਰਕੇ ਕਲਯੁਗ ਦੇ ਵਿੱਚ ਇਸ ਤਰ੍ਹਾਂ ਦੇ ਲਿਬਾਸ ਚੱਲੇ ਨੇ, ਕਿਉਂਕਿ ਕਾਮ ਇੱਥੇ ਨੈਬ ਬਣਿਆ ਹੋਇਆ, ਇੱਥੇ ਚੋਬਦਾਰ ਬਣਿਆ ਹੋਇਆ। ਜਿਹੜੇ ਕੱਪੜਿਆਂ ਦੇ ਵਿੱਚੋਂ ਵਾਸ਼ਨਾ ਫੈਲਦੀ ਹੋਵੇ ਉਹਨਾਂ ਨੂੰ ਪਹਿਨਣ ਤੋਂ ਸੱਚੇ ਪਾਤਸ਼ਾਹ ਨੇ ਸਾਨੂੰ ਮਨਾ ਕੀਤਾ। ਚਾਹੇ ਉਹ ਸਿੱਖ ਹੋਵੇ, ਚਾਹੇ ਬੀਬੀ ਹੋਵੇ, ਚਾਹੇ ਬੰਦਾ ਹੋਵੇ, ਕਾਮ ਨੂੰ ਅਸੀਂ ਆਪਦੇ ਮਨ ਵਿੱਚ ਨੈਬ ਨਹੀਂ ਬਣਨ ਦੇਣਾ। ਕਾਮ ਨੇਬ ਸਦ ਪੁੱਛੀਐ। ਇਸ ਜਗਤ ਨੇ ਕਾਮ ਨੂੰ ਨੈਬ ਬਣਾਇਆ ਹੋਇਆ। ਇਹਨੂੰ ਪੁੱਛ ਪੁੱਛ ਕੇ ਕੰਮ ਕਰਦੇ ਨੇ, ਇਹਨੂੰ ਪੁੱਛ ਪੁੱਛ ਕੇ ਕੰਮ ਕਰਦੇ ਨੇ ਕਿ ਜੇ ਅਸੀਂ ਕਾਮ ਦੇ ਵਿੱਚ ਗਲਤਾਨ ਹੋਣ ਵਾਸਤੇ ਅਸੀਂ ਕਿਹੜੇ ਕਿਹੜੇ ਕਰਮ ਕਮਾਈਏ, ਉਹੋ ਜਿਹੇ ਕੰਮ ਕਰਦੇ ਨੇ। ਤੇ ਇਹਨਾਂ ਮਾੜੇ ਵਿਕਾਰਾਂ ਦੀਆਂ ਜਦੋਂ 2-4 ਬੰਦੇ ਇਕੱਠੇ ਹੁੰਦੇ ਨੇ ਨਾ, ਤਾਂ ਮਾੜੀਆਂ ਗੱਲਾਂ ਕਰਦੇ ਨੇ, ਰੱਬ ਦਾ ਨਾਮ ਨਹੀਂ ਲੈਂਦੇ। ਇਸ ਤਰ੍ਹਾਂ ਇਹਨਾਂ ਵਿਕਾਰਾਂ ਨੇ ਮਨੁੱਖਾਂ ਤੇ ਕਬਜ਼ਾ ਕੀਤਾ ਹੈ। ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ। ਜਿਹੜੀ ਪਰਜਾ ਵਾ, ਰਈਅਤ ਅੰਨੀ ਹੋਈ ਆ, ਗਿਆਨ ਤੋਂ ਵਿਹੂਣੀ ਆ। ਗਿਆਨ ਕਿਸੇ ਨੂੰ ਹੈ ਨਹੀਂ। ਕੋਈ ਕਹੀ ਜਾਂਦਾ ਰੱਬ ਤਾਂ ਹੈ ਹੀ ਨਹੀਂ, ਕੋਈ ਕਹੀ ਜਾਂਦਾ ਕੁਦਰਤੀ ਰੱਬ ਆ, ਕੋਈ ਕਹੀ ਜਾਂਦਾ ਅਰਦਾਸਾਂ ਤਾਂ ਹੈ ਹੀ ਨਹੀਂ, ਅਰਦਾਸਾਂ ਕਰਨ ਦਾ ਕੋਈ ਫਾਇਦਾ ਹੀ ਨਹੀਂ। ਕੋਈ ਨਵੇਂ ਆਪਣੇ ਗਿਆਨ ਝਾੜਨ ਲੱਗ ਜਾਂਦਾ, ਕੋਈ ਮਰਿਆਦਾ ਤੇ ਗੱਲਾਂ ਕਰੀ ਜਾਂਦਾ, ਕੋਈ ਹਰਮੰਦਰ ਸਾਹਿਬ ਦੇ ਬਾਰੇ ਨਿੰਦਿਆ ਕਰੀ ਜਾਂਦਾ। ਇਸ ਕਰਕੇ ਜਿਹੜੀ ਇਹ ਪਰਜਾ ਵਾ ਨਾ, ਇਹ ਅੰਨੀ ਹੋਈ ਆ, ਗਿਆਨ ਤੋਂ ਵੀ ਹੋਣੀ ਆ। ਤੇ ਮੁਰਦਾਰ ਖਾਣਾ ਗਿੱਝ ਗਈ, ਝੂਠ ਬੋਲ ਬੋਲ ਕੇ ਮਾਇਆ ਨੂੰ ਕਮਾਉਣਾ ਗਿੱਝ ਚੁੱਕੀ ਹੈ। ਗਿਆਨੀ ਨੱਚਹਿ ਵਾਜੇ ਵਾਵਹਿ ਰੂਪ ਕਰਹਿ ਸਿਗਾਰ। ਤੇ ਇੱਥੇ ਜਿਹੜੇ ਗਿਆਨੀ ਬਣੇ ਹੋਏ ਨੇ ਨਾ, ਰਾਸ ਧਾਰੀਏ, ਅੱਗੇ ਰਾਸਾਂ ਲਾਉਂਦੇ ਸੀ ਤੇ ਆਪਦੇ ਆਪ ਨੂੰ ਅਖਵਾਉਂਦੇ ਸੀ ਗਿਆਨੀ। ਲੋਕਾਂ ਨੂੰ ਨੱਚ ਨੱਚ ਕੇ ਦਿਖਾਉਣਾ, ਮੂਹਰੇ ਨੱਚੀ ਜਾਣਾ ਤੇ ਉੱਤੋਂ ਦੀ ਵਾਜੇ ਵਜਾਉਣੇ। ਫਿਰ ਕ੍ਰਿਸ਼ਨ ਅਵਤਾਰ ਦੀਆਂ, ਹੋਰਾਂ ਅਵਤਾਰਾਂ ਦੀਆਂ ਗੱਲਾਂ ਸੁਣਾ ਕੇ ਤੇ ਨਾਲ ਨੱਚਣਾ ਤੇ ਆਪਦੇ ਆਪ ਨੂੰ ਅਖਵਾਉਣਾ ਗਿਆਨੀ। ਤੇ ਸਤਿਗੁਰੂ ਸਾਹਿਬ ਜੀ ਨੇ ਇਹੋ ਜਿਹੇ ਜਿਹੜੇ ਗਿਆਨੀ ਨੇ ਨਾ, ਜਾਂ ਇਹੋ ਜਿਹੇ ਜਿਹੜੇ ਕਰਮ ਨੇ, ਨੱਚਣ ਟੱਪਣ ਵਾਲੇ, ਬਾਜੇ ਵਜਾਉਣ ਵਾਲੇ, ਇਹ ਜਿਹੜੇ ਕੰਮ ਨੇ
ਜੋ ਗੰਦੇ ਗੀਤ ਨੇ, ਇਹਨਾਂ ਤੋਂ ਸਾਨੂੰ ਬੜਾ ਦੂਰ ਰਹਿਣ ਵਾਸਤੇ ਆਖਿਆ। ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਸਿੱਖ ਮਰਿਆਦਾ ਦੇ ਉੱਤੇ ਚੱਲਣ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਕੀਤਾ। ਸਾਨੂੰ ਅੰਮ੍ਰਿਤ ਛਕਣ ਦਾ ਉਪਦੇਸ਼ ਕੀਤਾ, ਸਾਨੂੰ ਦਾੜੀਆਂ ਰੱਖਣ ਦਾ, ਸਾਨੂੰ ਕੇਸ ਰੱਖਣ ਦਾ ਹੁਕਮ ਸੱਚੇ ਪਾਤਸ਼ਾਹ ਨੇ ਕੀਤਾ, ਗਾਤਰੇ ਕਿਰਪਾਨਾਂ ਪਾਉਣ ਦਾ, ਸ਼ਸਤਰਧਾਰੀ ਹੋਣ ਦਾ, ਰੱਬੀ ਰੰਗ ਵਿੱਚ ਰੰਗ ਕੇ ਰੱਬ ਦੇ ਰਾਹ ਤੇ ਤੁਰਨ ਦਾ ਤੇ ਤੋਰਨ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ। ਅੰਨੇ ਹੋ ਕੇ ਚੱਲਣ ਦਾ ਉਪਦੇਸ਼ ਨਹੀਂ ਦਿੱਤਾ, ਤੇ ਨਾ ਹੀ ਸਾਨੂੰ ਸੱਚੇ ਪਾਤਸ਼ਾਹ ਨੇ ਨੱਚਣ ਟੱਪਣ ਦਾ ਉਪਦੇਸ਼ ਦਿੱਤਾ। ਸਾਨੂੰ ਭਗਤੀ ਵਿੱਚ ਲੀਨ ਹੋਣ ਦਾ ਉਪਦੇਸ਼ ਦਿੱਤਾ। ਪਰ ਸਮਾਂ ਇਹੋ ਜਿਹਾ ਆ ਗਿਆ, ਜਿਹੜੇ ਨੱਚਣ ਟੱਪਣ ਵਾਲੇ ਨੇ, ਰਾਸ ਕਰਨ ਵਾਲੇ ਨੇ, ਉਹ ਗਿਆਨੀ ਬਣੇ ਫਿਰਦੇ ਨੇ। ਉੱਚੇ ਕੂਕਹਿ ਵਾਦਾ ਗਾਵੈ ਯੋਧਾ ਕਾ ਵਿਚਾਰ। ਫਿਰ ਇਹ ਜਿਹੜੇ ਲੋਕ ਨੇ, ਇਹ ਉੱਚੀ ਉੱਚੀ ਕੂਕਦੇ ਨੇ, ਉੱਚੀ ਉੱਚੀ ਵਾਦ ਗਾਉਂਦੇ ਨੇ। ਕੀ ਗਾਉਂਦੇ ਨੇ? ਸੱਚੇ ਪਾਤਸ਼ਾਹ ਜੀ ਕਹਿੰਦੇ ਯੋਧਾ ਕਾ ਵਿਚਾਰ। ਯੋਧੇ ਇਹ ਕਿਹਨੂੰ ਕਹਿੰਦੇ ਨੇ? ਜਿਹੜੇ ਪੁਰਾਣੇ ਦੁੱਲਾ ਭੱਟੀ ਵਰਗੇ, ਮਿਰਜ਼ੇ ਵਰਗੇ ਹੋਏ ਨੇ, ਉਹਨਾਂ ਨੂੰ ਇਹ ਯੋਧੇ ਕਹਿੰਦੇ ਨੇ। ਇਹੋ ਜਿਹੇ ਗੰਦੇ ਗਾਣੇ ਗਾਉਂਦੇ ਨੇ। ਸੋ ਇਹ ਇਹੋ ਜਿਹੇ ਯੋਧਿਆਂ ਦੀਆਂ ਗੱਲਾਂ ਕਰਦੇ ਨੇ, ਇਹੋ ਜਿਹੇ ਗਿਆਨੀ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ। ਕਲ ਯੁੱਗ ਵਿੱਚ ਮੂਰਖ ਪੰਡਿਤ, ਜਿਹੜੇ ਮੂਰਖ ਲੋਕ ਨੇ, ਉਹ ਪੰਡਿਤ ਬਣੇ ਹੋਏ ਨੇ। ਚਤਰਾਈਆਂ ਚਲਾਕੀਆਂ ਕਰਕੇ ਆਪਦੀ ਅਕਲ ਨੂੰ ਦੁਨੀਆ ਵਿੱਚ ਫੈਲਾਉਣ ਲੱਗੇ ਹੋਏ ਨੇ। ਹਿਕਮਤ ਕਰਕੇ, ਹੁਜਤ ਕਰਕੇ, ਚਤਰਾਈਆਂ ਕਰਕੇ, ਝੂਠ ਬੋਲ ਬੋਲ ਕੇ ਇਹੋ ਜਿਹੇ ਲੋਕ ਜੋ ਨੇ ਉਹ ਪੰਡਿਤ ਬਣੇ ਹੋਏ ਨੇ। ਧਰਮੀ ਧਰਮ ਕਰਹਿ ਗਾਵਾਵੈ ਮੰਗਹਿ ਮੋਖ ਦੁਆਰ। ਜਿਹੜੇ ਇਸ ਕਲਯੁਗ ਦੇ ਵਿੱਚ ਧਰਮੀ ਵੀ ਨੇ, ਉਹ ਵੀ ਧਰਮ ਦਾ ਕੰਮ ਕਰਕੇ ਵੱਡੀਆਂ ਆਸਾਂ ਰੱਬ ਤੋਂ ਰੱਖਦੇ ਨੇ। ਕੋਈ ਨਿਸ਼ਕਾਮ ਹੋ ਕੇ ਧਰਮੀ ਕੰਮ ਨਹੀਂ ਕਰਦਾ, ਕੋਈ ਭਲੇ ਵਾਸਤੇ ਭਲਾ ਨਹੀਂ ਕਰਦਾ, ਸਗੋਂ ਥੋੜਾ ਜਿਹਾ ਰੱਤੀ ਪਰ ਭਲਾ ਕਰਕੇ ਮੁਕਤੀ ਦਾ ਦੁਆਰ ਮੰਗੀ ਜਾਂਦਾ, ਸਭ ਤੋਂ ਵੱਡੀ ਦਾਤ ਮੰਗੀ ਜਾਂਦਾ। ਆਪਣਾ ਜੀਵਨ ਗੁਰੂ ਨੂੰ ਸਮਰਪਿਤ ਨਹੀਂ ਕਰਦਾ, ਸਿਰਫ ਗਿਣ ਮਿਥ ਕੇ ਜਿਹੜੇ ਕਰਮ ਕਾਂਡ ਨੇ ਉਹ ਕਰਦਾ ਤੇ ਮੰਗਦਾ ਵੱਡੀਆਂ ਚੀਜ਼ਾਂ, ਆਪਣੇ ਜੀਵਨ ਨੂੰ ਸਮਰਪਿਤ ਨਹੀਂ ਕਰਦਾ। ਜਤੀ ਸਦਾ ਵਹਿ ਜੁਗਤ ਨ ਜਾਣੈ ਛੱਡ ਬਹਿ ਕਰ ਬਾਰ। ਆਪਣੇ ਆਪ ਨੂੰ ਜਤੀ ਅਖਵਾਉਂਦਾ ਵਾ, ਪਰ ਜਤੀ ਬਣਨ ਦੀ ਜਿਹੜੀ ਜੁਗਤੀ ਆ ਉਹ ਨਹੀਂ ਜਾਣਦਾ। ਭਾਈ ਗੁਰਦਾਸ ਜੀ ਨੇ ਜਤੀ ਹੋਣ ਦੀ ਜਿਹੜੀ ਜੁਗਤੀ ਆ ਉਹ ਸਾਨੂੰ ਦੱਸੀ ਆ। ਭਾਈ ਸਾਹਿਬ ਜੀ ਕਹਿੰਦੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਵੀ ਇੱਕ ਜਿਹੜੀ ਆਪਦੀ ਔਰਤ ਆ ਉਹਦੇ ਜਤ ਸੱਤ ਦੇ ਵਿੱਚ ਪੱਕਾ ਰਵੇ, ਤੇ ਜਿਹੜੀਆਂ ਬਾਕੀ ਔਰਤਾਂ ਉਹਨਾਂ ਨੂੰ, ਜਿਹੜੀਆਂ ਆਪਣੇ ਨਾਲੋਂ ਛੋਟੀਆਂ ਉਹਨਾਂ ਨੂੰ ਧੀਆਂ ਮੰਨੇ, ਜਿਹੜੀਆਂ ਆਪਣੇ ਬਰਾਬਰ ਦੀਆਂ ਉਹਨਾਂ ਨੂੰ ਭੈਣਾਂ ਮੰਨੇ। ਪਰ ਜਿਹੜਾ ਕਲਯੁਗ ਦਾ ਸਮਾਂ ਵਾ ਉਹਦੇ ਵਿੱਚ ਇਹ ਹੋ ਨਹੀਂ ਰਿਹਾ। ਜਤੀ ਆਪਦੇ ਆਪ ਨੂੰ ਕਹਿੰਦੇ ਤਾਂ ਬਹੁਤ ਨੇ ਅਸੀਂ ਜਤੀ ਆ, ਪਰ ਜੁਗਤ ਨਹੀਂ ਜਾਣਦੇ ਤੇ ਆਪਦਾ ਘਰ-ਬਾਰ ਛੱਡ ਕੇ ਹੋਰਾਂ ਥਾਵਾਂ ਤੇ ਭਟਕਦੇ ਫਿਰਦੇ ਨੇ, ਹੋਰਾਂ ਕੰਮਾਂ ਵਿੱਚ, ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ। ਸਭ ਕੋ ਪੂਰਾ ਆਪੇ ਹੋਵੇ ਘਟ ਨਾ ਕੋਈ ਆਖੈ। ਸਾਰੇ ਇਸ ਕਲਯੁਗ ਦੇ ਵਿੱਚ ਆਪਦੇ ਆਪ ਨੂੰ ਪੂਰਾ ਕਹਿੰਦੇ ਨੇ। ਜਿਹਦੇ ਕੋਲੇ ਚਲਿਆ ਜਾਈਏ ਉਹ ਕਹਿੰਦਾ ਮੈਨੂੰ ਅਕਲ ਜ਼ਿਆਦੇ ਆ, ਦੂਜਾ ਕਹਿੰਦਾ ਮੈਨੂੰ ਅਕਲ ਜ਼ਿਆਦੇ ਆ, ਸਾਰਾ ਬ੍ਰਹਮ ਗਿਆਨ ਮੇਰੇ ਕੋਲੇ ਹੀ ਆ। ਸਾਰੇ ਹੀ ਆਪਦੇ ਆਪ ਨੂੰ ਇੱਥੇ ਪੂਰਾ ਪੂਰਾ ਅਕਲਮੰਦ ਕਹਿੰਦੇ ਨੇ, ਘੱਟ ਆਪਦੇ ਆਪ ਨੂੰ ਇੱਥੇ ਕੋਈ ਵੀ ਨਹੀਂ ਅਖਵਾਉਂਦਾ। ਪਤ ਪਰਮਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਜਿਨ੍ਹਾਂ ਗੁਰਮੁਖਾਂ ਦੀ ਇਸ ਜੱਗ ਤੇ ਆ ਕੇ ਜੋ ਉਹਨਾਂ ਨੇ ਚੜ੍ਹਦੀ ਕਲਾ ਵਾਲੇ ਕਾਰਜ ਕੀਤੇ, ਜਦੋਂ ਉਹ ਅਕਾਲ ਪੁਰਖ ਦੇ ਕੋਲੇ ਲੇਖਾ ਦੇਣ ਗਏ, ਉਹਨਾਂ ਦੀ ਝੋਲੀ ਦੇ ਵਿੱਚ ਨਾ ਇੱਜ਼ਤ ਪਈ, ਉਹ ਪ੍ਰਵਾਨ ਹੋ ਗਏ। ਜਿਵੇਂ ਅਸੀਂ ਜਪਜੀ ਸਾਹਿਬ ਦੇ ਸ਼ਲੋਕ ਦੇ ਵਿੱਚ ਪੜ੍ਹਦੇ ਆ ਨਾ, ਜਿਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਨੂੰ ਆਪਦਾ ਆਧਾਰ ਬਣਾਇਆ, ਨਾਮ ਜਪ ਕੇ ਇਸ ਜੱਗ ਨੂੰ ਝੂਠਾ ਮੰਨ ਕੇ, ਇਸ ਜੱਗ ਦੀ ਪ੍ਰੀਤੀ ਛੱਡ ਕੇ, ਜਿਹਨੇ ਸੱਚੇ ਰੱਬ ਨਾਲ ਪ੍ਰੀਤ ਲਾਈ,
ਉਹ ਜਿਹੜੇ ਮਨੁੱਖ ਨੇ ਉਹਨਾਂ ਦੀ ਜਿਹੜੀ ਪੱਤ ਆ ਨਾ ਉਹ ਪ੍ਰਵਾਨ ਹੋਈ ਰੱਬੀ ਦਰਗਾਹ ਦੇ ਵਿੱਚ। ਤੇ ਅਸੀਂ ਜੇ ਤੋਲ ਕੇ ਦੇਖੀਏ ਨਾ ਆਪਣੇ ਆਪ ਨੂੰ ਉਹਨਾਂ ਨਾਲ, ਵੱਡੇ ਵੱਡੇ ਜਿਹੜੇ ਸਾਡੇ ਸਿੱਖ ਮਹਾਨ ਯੋਧੇ ਹੋਏ ਆ, ਵੱਡੇ ਵੱਡੇ ਭਗਤ ਹੋਏ ਆ ਸਿੱਖੀ ਦੇ ਵਿੱਚ, ਉਹਨਾਂ ਦੇ ਨਾਲ ਆਪਦੇ ਆਪ ਨੂੰ ਤੋਲ ਕੇ ਦੇਖੀਏ ਨਾ, ਫਿਰ ਸਾਨੂੰ ਪਤਾ ਲੱਗੂ ਅਸੀਂ ਕਿੱਥੇ ਕੁ ਖੜੇ ਆ। ਸਾਡੇ ਅੰਦਰ ਝੂਠ ਕਪਟ ਆ, ਅਸਲ ਵਿੱਚ ਪ੍ਰਵਾਨ ਉਹੀ ਆ ਜਿਹਨੂੰ ਪੱਤ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਮਿਲਦੀ ਹੈ। ਮਹੱਲਾ ਪਹਿਲਾ। ਵੱਧੀ ਸੋ ਵਜਗ ਨਾਨਕਾ, ਸੱਚਾ ਵੇਖੈ ਸੋਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਵਧੀ ਸੋ ਵਜਗ ਨਾਨਕਾ। ਇਸ ਸ਼ਬਦ ਦੇ ਅਰਥ ਦੇ ਵਿੱਚ ਵਧੀ ਜੋ ਮਿਥੀ ਹੋਈ ਗੱਲ ਆ ਨਾ, ਜਿਹੜੀ ਅਕਾਲ ਪੁਰਖ ਨੇ ਮਿਥ ਲਈ, ਉਹ ਗੱਲ ਵੱਜਣੀ ਆ, ਉਹ ਹੋਣੀ ਆ। ਤੇ ਨਾਲ ਦੀ ਨਾਲ ਵਧੀ ਦਾ ਅਰਥ ਮਾੜੇ ਕੰਮ ਵੀ ਹੁੰਦਾ। ਤੇ ਜਿਹੜੇ ਜਿਹੜੇ ਅਸੀਂ ਮਾੜੇ ਕੰਮ ਵੀ ਕਰਦੇ ਆ ਨਾ, ਕਰਤਾ ਪੁਰਖ ਵਾਹਿਗੁਰੂ ਉਹਨਾਂ ਕੰਮਾਂ ਨੂੰ ਦੇਖ ਰਿਹਾ ਹੈ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਸਾਰਿਆਂ ਨੇ ਆਪੋ ਆਪਣੇ ਛਾਲਾਂ ਮਾਰੀਆਂ, ਆਪੋ ਆਪਣੇ ਜ਼ੋਰ ਲਾਏ। ਕੋਈ ਕਹਿੰਦਾ ਮੈਂ ਛੇਤੀ ਕਰਕੇ ਬੜਾ ਧਨੀ ਅਮੀਰ ਹੋ ਜਾਵਾਂ, ਕੋਈ ਕਹਿੰਦਾ ਮੈਂ ਛੇਤੀ ਕਰਕੇ ਦੂਜਿਆਂ ਨੂੰ ਨੀਵਾਂ ਦਿਖਾਵਾਂ, ਆਪ ਵੱਧ ਮਾਇਆ ਦੇ ਵਿੱਚ ਗਲਤਾਨ ਹੋ ਜਾਵਾਂ। ਪਰ ਇਹ ਚੀਜ਼ਾਂ ਹੁੰਦੀਆਂ ਨਹੀਂ। ਬੰਦੇ ਜਿਹੜੇ ਨੇ ਛਾਲਾਂ ਮਾਰਦੇ ਨੇ, ਹੁੰਦਾ ਉਹੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਅੱਗੇ ਜਾ ਕੇ ਅੱਗੇ ਤੋਂ ਭਾਵ ਕੀ ਆ? ਜਦੋਂ ਮੌਤ ਤੋਂ ਬਾਅਦ ਮਨੁੱਖ ਰੱਬ ਕੋਲੇ ਜਾਂਦਾ ਨਾ ਜੀ, ਜਦੋਂ ਮੌਤ ਤੋਂ ਬਾਅਦ ਮਨੁੱਖ ਦਾ ਲੇਖਾ ਜੋਖਾ ਹੁੰਦਾ, ਉਦੋਂ ਮਾਨੋ ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਦਵੀ ਨਹੀਂ ਉੱਥੇ ਜਾ ਕੇ ਚੱਲਦੀ। ਜਿਵੇਂ ਅਸੀਂ ਸ਼ਬਦ ਪੜ੍ਹਿਆ ਨਾ ਕਿ ਅਕਾਲ ਪੁਰਖ ਵਾਹਿਗੁਰੂ ਸਾਰਾ ਕੁਝ ਵੇਖਦਾ, ਉਹ ਇਸ ਜਗਤ ਦੇ ਵਿੱਚ ਅਣਦਿਸਦਾ ਰੂਪ ਹੋ ਕੇ ਬੈਠਾ। ਉਹ ਸਾਨੂੰ ਆਪਦੀਆਂ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਪਰ ਉਹ ਹਰ ਥਾਂ ਤੇ ਅਣਦਿਸਦਾ ਹੋ ਕੇ ਬੈਠਾ ਤੇ ਸਾਨੂੰ ਉਹ ਦੇਖ ਰਿਹਾ, ਸਾਡੇ ਕੰਮਾਂ ਨੂੰ ਦੇਖ ਰਿਹਾ। ਤੇ ਜਦੋਂ ਅਸੀਂ ਉਹਦੇ ਕੋਲੇ ਜਾਣਾ ਤਾਂ ਜਿੱਡੀ ਵੀ ਸਾਡੀ ਰੀਲ ਆ ਨਾ ਜੀ, ਉਹ ਸਾਰੀ ਉਹਨੇ ਖੋਲ ਕੇ ਦਿਖਾ ਦੇਣੀ ਕਿ ਆਹ ਕੰਮ ਤੂੰ ਕੀਤੇ। ਉੱਥੇ ਮੁੱਕਰ ਨਹੀਂ ਸਕਦੇ, ਉੱਥੇ ਜਾ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁੱਕਰ ਨਹੀਂ ਸਕਦੇ। ਤੇ ਨਾ ਹੀ ਆਪਦੀ ਜਾਤ ਦੱਸ ਸਕਦੇ ਆ ਵੀ ਮੈਂ ਤਾਂ ਜੀ ਫਲਾਣੀ ਉੱਚੀ ਜਾਤ ਦਾ, ਮੈਂ ਤਾਂ ਫਲਾਣਾ ਪ੍ਰਧਾਨ ਮੰਤਰੀ, ਮੈਂ ਤਾਂ ਮੁੱਖ ਮੰਤਰੀ ਰਿਹਾ, ਮੈਂ ਤਾਂ MLA MP ਰਿਹਾ। ਉੱਥੇ ਇਹ ਚੀਜ਼ਾਂ ਨਹੀਂ ਚੱਲਦੀਆਂ। ਉੱਥੇ ਜਿਹੜਾ ਕਰਮਾਂ ਦਾ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ। ਜਿਹੜੇ ਕੂੜੇ ਝੂਠੇ ਨੇ ਨਾ, ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਇੱਥੇ ਵਾਲੇ ਨੌਕਰ ਚਾਕਰ ਉੱਥੇ ਨਹੀਂ ਲੱਭਣੇ। ਇੱਥੇ ਜਿਨ੍ਹਾਂ ਨੂੰ ਅਸੀਂ ਆਪਣੇ ਗੁਲਾਮ ਬਣਾਇਆ, ਸਾਡੀ ਜੀ ਹਜ਼ੂਰੀ ਕਰਦੇ ਆ, ਉਹ ਲੋਕ ਨਹੀਂ ਲੱਭਣੇ। ਉੱਥੇ ਨਵੇਂ ਲੋਕ ਮਿਲਨੇ ਨੇ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਇੱਥੇ ਆਇਆ ਉਹਦਾ ਹੀ ਪ੍ਰਵਾਨ ਆ, ਇੱਥੇ ਆਉਣਾ ਉਹਦਾ ਹੀ ਸਫਲ ਆ ਜਿਹਦੀ ਲੇਖੇ ਵਿੱਚ ਪੱਤ ਪਾਈ ਹੋਵੇ। ਜਾਣੀ ਕਿ ਜਿਹੜਾ ਰੱਬ ਦੇ ਮੂਹਰੇ ਸੁਰਖਰੂ ਹੋਵੇ, ਜਿਹਨੂੰ ਦਰਗਾਹ ਦੇ ਵਿੱਚ ਇੱਜ਼ਤ ਮਿਲੇ, ਉਹੀ ਮਨੁੱਖ ਦੁਨੀਆ ਤੇ ਆਏ ਹੋਏ ਨੇ ਤੇ ਆਏ ਹੋਏ ਪ੍ਰਵਾਨ ਨੇ, ਤੇ ਉਹੀ ਮਨੁੱਖ ਚੰਗੇ ਨੇ। ਪੌੜੀ ਧੁਰ ਕਰਮ ਜਿਨਾ ਕੋ ਤੁਧ ਪਾਇਆ, ਤਾ ਤਿਨੀ ਖਸਮ ਧਿਆਇਆ। ਸੋ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਤੂੰ ਧੁਰੋਂ ਕਰਮ ਜਾਣੀ, ਜਿਨ੍ਹਾਂ ਤੇ ਨਜ਼ਰ। ਕਰਮ ਦੇ ਦੋ ਅਰਥ ਹੁੰਦੇ ਨੇ। ਇੱਕ ਤਾਂ ਕਰਮ ਦਾ ਅਰਥ ਹੁੰਦਾ ਕੰਮ, ਇੱਕ ਕਰਮ ਦਾ ਅਰਥ ਹੁੰਦਾ ਵਾ ਰੱਬ ਦੀ ਰਹਿਮਤ। ਇਸ ਕਰਕੇ ਜਿਨ੍ਹਾਂ ਨੇ ਉੱਤੇ ਤੂੰ ਆਪਣੀ ਰਹਿਮਤ ਕੀਤੀ ਹੋਈ ਆ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਜਿਨ੍ਹਾਂ ਦੇ ਕਰਮਾਂ ਦੇ ਵਿੱਚ ਤੂੰ ਰਹਿਮਤ ਲਿਖੀ ਹੋਈ ਆ ਨਾ, ਉਹਨਾਂ ਨੇ ਆਪਦੇ ਖਾਸਮ ਜਾਣੀ ਰੱਬ ਨੂੰ ਧਿਆਇਆ। ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇਹ ਜਿਹੜੇ ਜੀ ਜੰਤ ਇੱਥੇ ਤੁਰੇ ਫਿਰਦੇ ਨੇ ਨਾ,
ਮਨ ਵਿੱਚ ਤਾਂ ਬੜਾ ਹੰਕਾਰ ਚੱਕੀ ਫਿਰਦੇ ਨੇ, ਅਸੀਂ ਆਹ ਬਣਾ ਦਿੱਤਾ, ਅਸੀਂ ਨਵੀਆਂ ਤਰੱਕੀਆਂ ਕਰ ਲਈਆਂ, ਅਸੀਂ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕਰਤੀਆਂ, ਅਸੀਂ ਗੱਡੀਆਂ ਮੋਟਰਾਂ ਬਣਾਤੀਆਂ, ਅਸੀਂ ਖੋਜਾਂ ਕਰ ਲੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਗੱਲਾਂ ਨਾਲ ਰੱਬ ਦਾ ਥੋਹ ਤਾਂ ਨਹੀਂ ਪਾਇਆ ਜਾ ਸਕਦਾ। ਇਹ ਜਿਹੜੇ ਆਪਣੇ ਆਪ ਦੇ ਵਿੱਚ ਸਿਆਣੇ ਬਣਦੇ ਨੇ, ਇਹਨਾਂ ਨੂੰ ਰੱਬੀ ਰਾਹ ਦੇ ਉੱਤੇ ਤੁਰਨ ਦਾ ਜਿਹੜਾ ਮੌਕਾ ਨਾ ਉਹ ਮਿਲ ਨਹੀਂ ਸਕਦਾ। ਇਹ ਕਰਮਾਂ ਤੋਂ ਹੀਣੇ ਨੇ, ਇਹ ਆਪਣੇ ਗਿਆਨ ਦੇ ਹੰਕਾਰ ਦੇ ਵਿੱਚ ਤੁਰੇ ਫਿਰਦੇ ਨੇ। ਇਸ ਕਰਕੇ ਜਿਨ੍ਹਾਂ ਨੂੰ ਧੁਰੋਂ ਤੂੰ ਬਖਸ਼ਿਸ਼ ਕੀਤੀ ਹੋਵੇ, ਧੁਰੋਂ ਜਿਨ੍ਹਾਂ ਦੇ ਲੇਖਾਂ ਦੇ ਵਿੱਚ ਲਿਖਿਆ ਹੋਵੇ, ਉਹੀ ਤੈਨੂੰ ਪਾ ਸਕਦਾ। ਤੇ ਤੁਧ ਵੇਖੀ ਜਗਤ ਉਪਾਇਆ, ਤੂੰ ਇਸ ਜੱਗ ਨੂੰ ਰੰਗਾਂ ਰੰਗਾਂ ਦੇ ਵਿੱਚ ਵੰਡ ਕੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਪਾ ਕੇ ਅਨੇਕਾਂ ਤਰ੍ਹਾਂ ਨਾਲ ਇਸ ਨੂੰ ਸਾਜਿਆ। ਕੀਤਾ ਪਸਾਓ ਏਕੋ ਕਵਾਓ, ਇਸ ਜੱਗ ਦਾ ਪਸਾਰਾ ਇੱਕ ਹੁਕਮ ਦੇ ਨਾਲ ਤੂੰ ਕਰ ਦਿੱਤਾ। ਇਕ ਨਾਲੋਂ ਤੂੰ ਮੇਲ ਲਹਿ, ਇਕ ਆਪੋ ਤੁਧ ਖੁਆਇਆ। ਇੱਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮੇਲ ਲਿਆ, ਇੱਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪ ਹੀ ਤੂੰ ਆਪਣੇ ਆਪ ਨਾਲੋਂ ਤੋੜ ਦਿੱਤਾ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ 부ਝਾਇਆ। ਗੁਰੂ ਦੀ ਕਿਰਪਾ ਤੋਂ ਇਹ ਗੱਲ ਪਤਾ ਲੱਗੀ ਕਿ ਜਿਨ੍ਹਾਂ ਨੂੰ ਤੂੰ ਆਪ ਇਹ ਗੱਲ ਦੀ ਸੋਝੀ ਦਿੱਤੀ ਆ ਨਾ, ਇਹ ਗੱਲ ਬੁਝਾਈ ਆ, ਉਹਨਾਂ ਨੂੰ ਹੀ ਨਾਮ ਦੀ ਦਾਤ, ਉਹਨਾਂ ਦੇ ਕਰਮ ਜਿਹੜੇ ਨੇ ਉਹ ਉਜਲੇ ਹੋਏ ਨੇ। ਸਹਜੇ ਹੀ ਸੱਚ ਸਮਾਇਆ। ਤੇ ਜਿਨ੍ਹਾਂ ਨੇ ਇਹ ਸਮਝ ਲਿਆ ਨਾ, ਉਹਨਾਂ ਨੇ ਸਹਿਜੇ ਹੀ ਸੱਚ ਨੂੰ ਪਾ ਲਿਆ, ਸਹਿਜੇ ਹੀ ਰੱਬ ਨੂੰ ਪਾ ਲਿਆ, ਸਹਿਜੇ ਹੀ ਉਹ ਰੱਬ ਦੇ ਵਿੱਚ ਸਮਾ ਗਏ। ਸੋ ਇਹ ਸੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਮੰਜੀ ਸਾਹਿਬ ਜੀ ਵਿਖੇ ਚੱਲ ਰਹੀ ਹੈ। ਹੁਣ ਅਸੀਂ ਉਸ ਦੀ ਵਿਚਾਰ ਕਰਨੀ ਹੈ ਜੀ। ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ। ਇਹ ਜਿਹੜਾ ਮਨੁੱਖਾ ਦੇਹੀ ਆ ਨਾ, ਇਹਨੂੰ ਜੇ ਆਪਾਂ ਰੁੱਖ ਦੀ ਨਿਆਈ ਸਮਝੀਏ, ਤਰਵਰ ਦੀ ਨਿਆਈ ਸਮਝੀਏ, ਤਰਵਰ ਕਾਇਆ, ਇਸ ਕਾਇਆ ਨੂੰ ਰੁੱਖ ਸਮਝੀਏ, ਤੇ ਪੰਖ ਮਨ, ਇਸ ਦੇ ਉੱਤੇ ਮਨ ਰੂਪੀ ਪੰਖੀ ਇੱਕ ਬੈਠਾ, ਤੇ ਉਸ ਮਨ ਰੂਪੀ ਪੰਖੀ ਦੇ ਨਾਲ 5 ਹੋਰ ਗਿਆਨ ਇੰਦਰੇ ਰੂਪੀ ਪੰਖੀ ਬੈਠੇ ਹਨ। ਤਤ ਚੁਗ ਹੈ ਮਿਲ ਏਕ ਸੇ, ਤਿਨ ਕੋ ਫਾਸ ਨ ਰੰਚ। ਜਿਹੜੇ ਪੰਖੀ, ਜਿਹੜੇ ਮਨ ਤਤ ਨੂੰ ਚੁਗਦੇ ਨੇ ਨਾ, ਤਤ ਵੱਲ ਧਿਆਨ ਦਿੰਦੇ ਨੇ, ਇੱਕ ਵਾਹਿਗੁਰੂ ਨੂੰ ਜਿਹੜੇ ਮਿਲਦੇ ਨੇ, ਤਤ ਚੁਗ ਹੈ ਮਿਲ ਏਕ ਸੇ, ਜਿਹੜੇ ਤਤ ਨੂੰ ਚੁਗਦੇ ਨੇ ਉਹ ਰੱਬ ਨੂੰ ਮਿਲ ਲੈਂਦੇ ਨੇ। ਤਿੰਨ ਕੋ ਫਾਸ ਨ ਰੰਚ, ਉਹਨਾਂ ਨੂੰ ਰੰਚਕ ਮਾਤਰ ਵੀ ਮਾਇਆ ਦਾ ਮੋਹ ਨਹੀਂ ਸਕਦਾ। ਉਡਹਿ ਤਾ ਬੇਗੁਲ ਬੇਗੁਲੇ, ਤਾਕਹਿ ਚੋਗ ਕਣੀ। ਜਿਹੜੇ ਬੇਗੁਲੇ ਕਾਲੀ ਨਾਲ ਇੱਥੇ ਤੁਰਦੇ ਨੇ ਤੇ ਚੰਗਾ ਚੋਗਾ ਮੰਗਦੇ ਨੇ, ਜਿਹੜੇ ਭਾਲਦੇ ਆ ਵੀ ਅਸੀਂ ਛੇਤੀ ਕਿਤੇ ਝੂਠ ਬੋਲ ਕੇ ਚੀਜ਼ਾਂ ਇਕੱਠੀਆਂ ਕਰ ਲਈਏ, ਜ਼ਮੀਨਾਂ ਬਣਾ ਲਈਏ, ਝੂਠ ਬੋਲ ਕੇ ਮਾਇਆ ਕਮਾ ਲਈਏ, ਉਹ ਜਿਹੜੇ ਬੇਗਲੇ ਤੁਰਦੇ ਨੇ ਤੇ ਘਣੀ ਚੋਗ ਮੰਗਦੇ ਨੇ। ਪੰਖ ਟੁੱਟੇ ਫਾਹੀ ਪੜੀ, ਅਵਗੁਣ ਭੀੜ ਬਣੀ। ਉਹਨਾਂ ਦੇ ਜਿਹੜੇ ਫੰਗ ਨੇ ਉਹ ਛੇਤੀ ਹੋਈ ਅਕਾਲ ਪੁਰਖ ਵਾਹਿਗੁਰੂ ਤੋੜ ਦਿੰਦਾ। ਜਿਹੜੇ ਜ਼ਿਆਦੇ ਲਾਲਚੀ ਹੋ ਜਾਣ ਨਾ, ਉਹਨਾਂ ਪੰਖੀਆਂ ਦੇ ਜਿਹੜੇ ਫੰਗ ਨੇ ਉਹ ਛੇਤੀ ਹੋਏ ਰੱਬ ਵੱਢ ਦਿੰਦਾ, ਤੇ ਉਹ ਥੱਲੇ ਡਿੱਗ ਪੈਂਦੇ ਨੇ। ਉਹ ਫੇਰ ਆਪਦੇ ਜੀਵਨ ਦੇ ਵਿੱਚ ਤਾਂ ਉੱਠ ਨਹੀਂ ਸਕਦੇ। ਉਹਨਾਂ ਦੇ ਜਿਹੜੇ ਫੰਗ ਨੇ ਨਾ, ਉਹ ਵਾਹਿਗੁਰੂ ਤੋੜ ਦਿੰਦਾ ਹੈ। ਬਿਨ ਸਾਚੇ ਕਿਉਂ ਛੂਟੀਐ, ਹਰ ਗੁਣ ਕਰਮ ਮਣੀ। ਸੋ ਜਿਨ੍ਹਾਂ ਦੇ ਖੰਭ ਵਾਹਿਗੁਰੂ ਤੋੜ ਦਿੰਦਾ ਹੈ, ਉਹਨਾਂ ਨੂੰ ਭੀੜ ਬਣ ਜਾਂਦੀ ਆਪਦੇ ਔਗਣਾ ਕਰਕੇ। ਉਹ ਭੀੜ ਦੇ ਵਿੱਚ, ਔਖ ਦੇ ਵਿੱਚ ਫਸ ਜਾਂਦੇ ਨੇ। ਬਿਨ ਸਾਚੇ ਕਿਉਂ ਛੂਟੀਐ, ਹਰ ਗੁਣ ਕਰਮ ਮਣੀ। ਬਿਨਾਂ ਸੱਚੇ ਵਾਹਿਗੁਰੂ ਦੇ ਨਾਮ ਤੋਂ ਛੁੱਟ ਨਹੀਂ ਸਕਦੇ। ਕਰਮਾਂ ਦੀ ਜਿਹੜੀ ਮਣੀ ਆ ਨਾ, ਰੱਬ ਦਾ ਜਿਹੜਾ ਰਾਹ ਵਾ, ਰੱਬ ਦਾ ਪਿਆਰ ਅਕਾਲ ਪੁਰਖ ਦਾ, ਉਹੀ ਜਿਹੜਾ ਸੱਚਾ ਰਾਹ, ਜਿਹੜਾ ਮਨੁੱਖ ਉਸ ਸੱਚੇ ਰਾਹ ਤੇ ਤੁਰਦਾ ਵਾ ਨਾ,
ਜਿਨ੍ਹਾਂ ਦੇ ਕੋਲੇ ਅਕਾਲ ਪੁਰਖ ਦੀ ਦਾਤ ਆ ਕਰਮਾ ਰੂਪੀ ਮਣੀ ਆ, ਉਸ ਅਕਾਲ ਪੁਰਖ ਤੋਂ ਬਿਨਾ, ਉਸ ਮਣੀ ਤੋਂ ਬਿਨਾ ਅਸੀਂ ਛੁੱਟ ਨਹੀਂ ਸਕਦੇ। ਆਪ ਛਡਾਏ ਛੂਟੀਐ ਵੱਡਾ ਆਪ ਧਣੀ। ਜੇ ਆਪ ਉਹ ਵੱਡਾ ਧਣੀ ਸਾਨੂੰ ਛਡਾ ਲਵੇ ਤਾਂ ਅਸੀਂ ਇਸ ਫਾਹੀ ਚੋਂ ਛੁੱਟ ਸਕਦੇ ਆਂ। ਗੁਰ ਪ੍ਰਸਾਦੀ ਛੂਟੀਐ ਕਿਰਪਾ ਆਪ ਕਰੇ। ਗੁਰੂ ਦੀ ਕਿਰਪਾ ਦੇ ਨਾਲ ਅਸੀਂ ਛੁੱਟ ਸਕਦੇ ਆਂ, ਜੇ ਗੁਰੂ ਸਾਡੇ ਤੇ ਕਿਰਪਾ ਕਰੇ। ਆਪਣਾ ਹੱਥ ਵਡਾਈਆ ਜੈ ਭਾਵੈ ਤੈ ਦੇ। ਅਕਾਲ ਪੁਰਖ ਦੇ ਆਪਦੇ ਹੱਥ ਵਿੱਚ ਹੀ ਸਾਰੀਆਂ ਵਡਿਆਈਆਂ ਵਾਂ, ਜਿਨ੍ਹਾਂ ਨੂੰ ਉਹ ਭਾਉਂਦਾ, ਜਿਹੜੇ ਉਹਨੂੰ ਭਾਉਂਦੇ ਨੇ ਉਹਨਾਂ ਨੂੰ ਉਹ ਵਡਿਆਈਆਂ ਦਿੰਦਾ ਹੈ। ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ। ਥਰ ਥਰ ਕੰਪੈ ਜੀੜਾ, ਥਰ ਥਰ ਜਿਹੜਾ ਜਿਨ੍ਹਾਂ ਦਾ ਜਿਹੜੇ ਨਾਮ ਤੋਂ ਵੀ ਹੋਣੇ ਨੇ ਉਹ ਕੰਬਦੇ ਨੇ, ਤੇ ਉਹਨਾਂ ਨੂੰ ਕੋਈ ਠੌਰ ਠਾਉ ਨਹੀਂ ਇਸ ਜੱਗ ਦੇ ਵਿੱਚ ਮਿਲਦੀ। ਥਾਨ ਮਾਨ ਸੱਚ ਏਕ ਹੈ ਕਾਜ ਨ ਫੀਟੈ ਕੋਏ। ਜਿਨ੍ਹਾਂ ਨੂੰ ਅਕਾਲ ਪੁਰਖ ਦੀ ਜਿਹੜੀ ਪਦਵੀ ਆ ਉਹ ਪ੍ਰਾਪਤ ਹੋ ਜਾਂਦੀ ਆ ਨਾ, ਉਹ ਕਦੇ ਫਟਕਾਰ ਨਹੀਂ ਖਾਂਦੇ, ਉਹ ਇਸ ਜੱਗ ਚੋਂ ਸਦਾ ਸੋਭਾ ਖੱਟ ਕੇ ਜਾਂਦੇ ਨੇ। ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ। ਅਕਾਲ ਪੁਰਖ ਵਾਹਿਗੁਰੂ ਥਿਰ ਆ, ਉਹਦੀ ਵਿਚਾਰ ਥਿਰ ਆ, ਗੁਰੂ ਵੀ ਥਿਰ ਹੈ। ਸੁਰ ਨਰ ਨਾਥ ਹੈ ਨਾਥ ਤੂੰ ਨੀਧਾਰਾ ਆਧਾਰ। ਉਹ ਜਿਹੜਾ ਅਕਾਲ ਪੁਰਖ ਆ ਉਹ ਨਾਥਾਂ ਦਾ ਨਾਥ ਆ, ਨਿਧਰਿਆਂ ਦੀ ਧੈਰਾ। ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ। ਸਾਰਿਆਂ ਥਾਵਾਂ ਦੇ ਉੱਤੇ ਉਹ ਮੌਜੂਦ ਆ, ਸਾਰਿਆਂ ਦਾ ਦਾਤਾ ਹੈ। ਜਹ ਦੇਖਾ ਤਹ ਏਕ ਤੂੰ ਅੰਤ ਨ ਪਾਰਾਵਾਰ। ਜਿੱਥੇ ਵੀ ਮੈਂ ਦੇਖਦਾ ਉੱਥੇ ਤੂੰ ਹੀ ਆ, ਤੇਰਾ ਕੋਈ ਅੰਤ ਨਹੀਂ ਹੈ। ਥਾਨ ਥਨੰਤਰ ਰਵ ਰਹਿਆ ਗੁਰ ਸਬਦੀ ਵਿਚਾਰ। ਹਰ ਥਾਨ ਥਨੰਤਰ ਤੇ ਤੂੰ ਰਵਿਆ ਹੋਇਆ ਵਾ, ਗੁਰੂ ਦੀ ਵਿਚਾਰ ਨਾਲ ਇਹ ਪਤਾ ਲੱਗਦਾ ਹੈ। ਆਨ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ। ਬਿਨਾ ਮੰਗਿਆ ਸਾਨੂੰ ਤੂੰ ਦਾਨ ਦੇਣਾ, ਵੱਡਾ ਤੂੰ ਦੇਣਹਾਰ ਆ, ਵੱਡਾ ਤੂੰ ਅਪਾਰ ਵਾਹਿਗੁਰੂ ਆ। ਸੋ ਸੰਗਤ ਜੀ, ਇਹ ਸੀਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ। ਸੋ ਬੜੇ ਭਾਗਾਂ ਵਾਲੇ ਹਾਂ ਜੋ ਇਸ ਮਹਾਨ ਪਵਿੱਤਰ ਅਸਥਾਨ ਤੇ ਜੁੜ ਬੈਠੇ ਹਾਂ, ਅਤੇ ਸਾਨੂੰ ਲੋੜ ਆ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ, ਪੰਥ ਦੀ ਹਮਾਇਤ ਦੇ ਵਿੱਚ ਖੜਨ ਦੀ, ਏਕਤਾ ਵਿੱਚ ਚੱਲਣ ਦੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜੋ ਲਹਿਰ ਆਰੰਭੀ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ, ਜਿਹਦੇ ਵਿੱਚ ਸਾਰਾ ਸਿੱਖ ਪੰਥ ਸ਼ਮੂਲੀਅਤ ਕਰ ਰਿਹਾ, ਉਸ ਦੇ ਵਿੱਚ ਸਿਰ ਜੋੜ ਕੇ ਚੱਲਣ ਦੀ ਸਾਨੂੰ ਲੋੜ ਹੈ। ਸਾਨੂੰ ਗੁਰੂ ਵਾਲੇ ਬਣਨ ਦੀ ਲੋੜ ਹੈ। ਸੋ ਬਹੁਤ ਹੀ ਧੰਨਵਾਦ ਸਮੁੱਚੀ ਹੀ ਸੰਗਤ ਦਾ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਣ, ਸਾਨੂੰ ਕੇਸਾਂ ਦੀ ਦਾਤ ਬਖਸ਼ਣ, ਤੇ ਅਸੀਂ ਡਟ ਕੇ ਸਿੱਖੀ ਦੇ ਰਾਹ ਦੇ ਉੱਤੇ ਤੁਰੀਏ। ਸਿੱਖ ਪੰਥ ਦੀ ਅਜ਼ੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਬੈਠਣ ਦਾ ਮੌਕਾ ਦਿੱਤਾ ਆਪਣੀ ਅਸੀਸ ਸਦਕਾ। ਆਓ ਹੁਣ ਅਖੀਰਲੀਆਂ ਪੰਕਤੀਆਂ ਫੇਰ ਸਰਵਣ ਕਰੀਏ ਜੀ। ਥਾਨ ਥਨੰਤਰ ਰਵ ਰਹਿਆ ਗੁਰ ਸਬਦੀ ਵਿਚਾਰ। ਅਨ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।